अस्सलाम जी दोस्तों, मेरा नाम है मोहम्मद यूनुस और आप देख रहे हैं वाईजी टीवी। क़यामत खुद बताएगी कि मुझे आना क्यों ज़रूरी था। 80 साला खातून मेरे साथ मौजूद हैं और जो मामलात इनके साथ चल रहे हैं और जो वक़ूअ इनके साथ पेश आया है, शायद इस उम्र के दौरानिए में किसी के साथ पेश ना आया हो। इनके खामद ने 80 साल की उम्र में इनको तलाक दे दी है और खुद इनके बेटों ने तलाक दिलवाई है। माँ जी हमारे साथ मौजूद हैं, इनसे जानते हैं सारी तफसील। माँ जी कित्थों आए हो? मेरे पुत्रा मैं आई हाँ बरियारा ਤੋਂ ਤੇ ਮੈਂ ਇਸ ਪੁੱਤਰ ਨੂੰ ਕਿੱਲਾ ਦੇ ਕੇ ਬਾਹਰ ਘੱਲਿਆ ਸੀ ਤੇ ਉਹ ਮੇਰਾ ਪੁੱਤਰ ਹੁਣ ਆਂਦਾ ਮੈਂ ਤੈਨੂੰ ਗੋਲੀ ਮਾਰ ਛੱਡਣੀ ਹੈ, ਮੈਨੂੰ ਇਹਦੇ ਕੋਲ ਬਚਾ ਲਓ। ਮੈਂ ਖੱਜਲ ਹੁੰਦੀ ਫਿਰਦੀ ਜੇ ਕਦੀ ਧੀਆਂ ਦੇ ਬੂਹੇ ਕਦੀ ਅੱਡ ਗੁਆਂਢ ਤੇ ਮੈਨੂੰ ਲੋਕ ਰੋਟੀ ਦਿੰਦੇ ਨੇ ਤੇ ਉਹਨਾਂ ਦੇ ਨਾਲ ਵੀ ਲੜਦੀਆਂ ਨੇ ਨੂੰਹਾਂ ਪੁੱਤਰ। ਤੁਸੀਂ ਜੋ ਕਰਾਉਂਦੇ ਹੋ ਮੇਰਾ ਪੁੱਤਰ ਉਹਨਾਂ ਮੈਨੂੰ ਮੇਰੇ ਨਾਲ ਕਿਹੜੀ ਕਰਾਨੀ ਹੈ, ਨਾ ਕੋਈ ਜੁੱਤੀ ਨਾ ਕੱਪੜਾ। ਮੈਂ ਖੱਜਲ ਹੁੰਦੀ ਫਿਰਨੀ ਆ, ਕਦੀ ਉਹਦੇ ਘਰ ਸੌਂ ਕਦੀ ਉਹਦੇ ਤੇ ਪੱਖਾ ਗੱਟਾ ਝੱਲਣੀ ਆ ਤੇ ਮੈਨੂੰ ਇਹਨਾਂ ਕੋਲ ਬੜਾ ਖਤਰਾ ਹੈ। ਤੇ ਇਹਨਾਂ ਮੈਨੂੰ ਘਰੋਂ ਕੱਢ ਛੱਡਿਆ ਜੇ ਧੱਕੇ ਮਾਰ ਮੈਨੂੰ ਰੱਖਦਾ ਹੀ ਨਹੀਂ। ਤੇ ਮੈਂ ਵੱਡੀ ਧੀ ਮੇਰੀ ਛੰਭ ਵਾਲੀ ਕੋਲ ਹੀ ਉੱਥੇ ਕਦੀ ਇੱਥੇ ਆਦਮਕੀ ਰਹਿਨੀ ਆ, ਕਦੀ ਲੋਕਾਂ ਖੱਜਲ ਖਰਾਬ ਹੋਣੇ ਆ। ਤੇ ਮੇਰਾ ਪੁੱਤਰ ਮੈਂ ਵੱਡੀ ਧੀ ਕੋਲ ਗਈ, ਮੈਂ ਕੇਸ ਕੀਤਾ, ਮੇਰਾ ਹਿੱਸਾ ਚਾਹੀਦਾ। ਇਹ ਉੱਥੇ 3 ਮਹੀਨੇ ਹੋਏ ਨੇ ਕੇਸ ਹੋਏ। ਜੀ ਕਿਤੇ ਤੇ ਕੇਸ ਕੀਤਾ ਜੇ, ਕੀ ਮਾਮਲਾ ਕੀ? ਸਾਨੂੰ ਸ਼ੁਰੂ ਤੋਂ ਗੱਲ ਸੁਣਾਓ ਕਿ ਤੁਹਾਡੇ ਪੁੱਤਰ ਨੇ ਤੁਹਾਨੂੰ ਬਾਹਰ ਕਿਉਂ ਕੱਢਿਆ? ਪੁੱਤਰ ਮੇਰੇ ਆਂਦੇ ਨੇ, ਇੱਕ ਆਂਦੀ ਮੇਰੀ ਨੂੰਹ ਉਹਦੇ ਹਲ ਜਾ, ਇੱਕ ਆਂਦੀ ਉਹਦੇ ਹਲ ਜਾ, ਤੀਜੀ ਆਂਦੀ ਉਹਨਾਂ ਨਾਲ ਜਾ। ਮੈਂ ਕਿੱਥੇ ਜਾ? ਕਿੰਨੇ ਪੁੱਤਰ ਨੇ ਤੁਹਾਡੇ? 3 ਪੁੱਤਰ ਨੇ। ਪਹਿਲੋਂ ਉਹਨਾਂ ਮੇਰਾ ਸਾਡਾ ਦਿਹਾੜਾ ਵੰਡਿਆ 2-2 ਮਹੀਨੇ, ਉੱਥੇ ਫਿਰ ਰਹੇ ਕੁੱਤੇ ਲਾ ਕੇ। ਫਿਰ ਉਹਦੇ ਇੱਕ ਦਿਨ ਦੇ ਸਨ ਤੇ ਕਹਿੰਦੀ ਉਹਦੇ ਹਲ ਜਾ, ਇੱਕ ਕਹਿੰਦੀ ਉਹਦੇ ਹਲ ਜਾ। ਮੇਰੀ ਮੰਜੀ चौक के कभी ਉਹਦੇ हल। नाज़रीन ये देख लें, माँ जी कह रही हैं कि दिहाड़ा बंटने का मतलब पंजाबी का लफ्ज है ये है कि 3 बेटे हैं और तीनों बेटे इस बूढ़ी माँ का बोझ नहीं उठा सकते। इनका कहना है कि वो कहते हैं कि 2 दिन तुम यहाँ रहोगी, 2 दिन उस बेटे के पास और 2 दिन उस बेटे के पास। ਮਹੀਨਾ ਰੱਖਿਆ ਨੇ। हाँ 2-2 ਮਹੀਨੇ ਰੱਖਿਆ ਤੇ ਉਹਨਾਂ ਫਿਰ ਆਖਿਆ 8 ਦਿਨ ਇੱਕ ਘੱਟ ਸਾਂ ਤੇ ਆਂਦੀ ਜਾ ਇੱਥੋਂ ਲੈ ਜਾ ਕੱਪੜੇ ਦੂਜੇ ਹਲ ਜਾ। ਦੂਜੀ ਹਲ ਗਈਆਂ ਤੇ ਆਂਦੀ ਉਹਦੇ ਹਲ ਜਾ ਕੇ ਫਿਰ ਮੇਰੇ ਜੋਗੀ ਰਹਿ ਗਈ, ਇੱਥੇ ਆ ਗਈ। ਬਹੁ ਮੈਂ ਕਿਹੜਾ उसने ये कहा होगा कि 8 दिन पहले क्यों आ गई हो? यानी कि ਉਹਨੇ ਆਖਿਆ ਸੀ ਜਾ ਟੁਰ ਜਾ ਨਹੀਂ ਇੱਥੋਂ। ਹੁਣ ਮੈਂ ਕਿਹਾ ਮੇਰੇ ਧੀਏ ਦੇ 8 ਦਿਨ ਘੱਟ ਨੇ ਤੇ ਉਹਨੇ ਆਖਿਆ ਨਹੀਂ ਜਾ। ਫਿਰ ਮੈਂ ਆਪਣਾ ਜੇ ਇੱਕ ਲਾਈਆਂ ਤੇ ਉਹਨੇ ਆਖਿਆ ਉਹਦੇ ਹਲ ਜਾ, ਉਹਦੀ ਵਾਰੀ ਗਏ ਤੇ ਬਹੁ ਮੈਂ ਕਿੱਥੇ ਖੱਜਲ ਹੋਵਾਂ ਤੇ ਕੀ ਮੈਂ ਕਰਾਂ, ਨੀ ਮੂਰਾ ਵਾਂ। ਪੁੱਤਰ ਮੈਨੂੰ ਰੋ ਜੁੜੇ ਨੇ ਅੱਖਾਂ ਤੋਂ ਮੈਨੀ ਹੋ ਗਈਆਂ। ਤੇ ਆਦਮੀ ਮੇਰੇ ਕੇਸ ਕੀਤਾ ਸੀ ਤੇ ਮੈਂ ਹੱਥ ਜੋੜੇ ਸਨ ਪੁੱਤਰਾਂ ਤੇ। ਮੈਂ ਕੇਸ ਨਾ ਚੁੱਕੀ, ਚਲੋ ਸਾਨੂੰ ਸਾਂਭਣ ਦੇ ਜਿਵੇਂ ਛਿਵੇਂ ਹੋਵੇ ਜੀ, ਇਹਨਾਂ ਦੀ ਅਸੀਂ ਲੈ ਨਹੀਂ ਚੱਲੇ ਕਿਤੇ। ਉਹਨੇ ਆਪਣਾ ਪੁੱਤਰਾਂ ਦੇ ਆਖੇ ਬਿਮਾਰ ਪਿਆ, ਮੈਂ ਆਪਣੇ ਕੜੇ ਦਿੱਤੇ ਗਹਿਣੇ ਪਾਣ ਇੱਕ ਪੁੱਤਰ ਨੂੰ ਛਾਪਾਂ ਦਿੱਤੀਆਂ। ਇਸ ਆਦਮੀ ਦਾ ਮੈਂ ਇਲਾਜ ਕਰਵਾਇਆ। अपने पुत्र दा? ਨਾ ਜਣੇ अच्छा अपने हावन दा। ਖਾਵਾਂ ਦਾ ਕਰਾਇਆ। ਪੁੱਤਰ ਛੋਟੇ ਨੂੰ ਦਿੱਤੇ ਕੜੇ ਤੇ ਛਾਪਾਂ, ਉਹਨੇ ਗਹਿਣੇ ਪਾਈਆਂ ਨੇ ਤੇ ਉਹ ਆਪਣਾ ਇਹਦਾ ਇਲਾਜ ਕਰਾਈ। ਟੱਟੀਆਂ ਗੂੰ ਮੂਤਰ ਧੋਤੇ ਨੇ, ਮੈਨੂੰ ਕੱਢ ਛੱਡਿਆ ਉਹਨਾਂ ਨੇ। ਮੈਂ ਕਿੱਥੇ ਜਾਂ ਦੱਸੋ? ਮੈਂ ਨਾ ਮੇਰਾ ਪਿੱਛੇ ਮਾਂ ਨਾ ਪਿਓ ਨਾ ਕੋਈ ਭੈਣ ਨਾ ਭਰਾ। ਮੈਂ ਕਿਹੜੀਆਂ ਬਰੂਹਾਂ ਤੇ ਖੱਜਲ ਹੋਵਾਂ, ਮੈਂ ਕਿੰਨਾ ਕੁਝ ਧੀਆਂ ਕੋਲ ਰਵਾਂ। ਜੇ ਮੈਂ 6 ਮਹੀਨੇ ਰਹਿ ਕੇ ਆਉਂਦੀਆਂ ਤੇ ਆਂਦੀਆਂ ਨੇ ਵਿਡਕ ਦਾ ਵੀਜ਼ਾ ਤੇ ਜਾ ਇੱਥੋਂ ਹੁਣ निकल जा। मैं फिर टुर जानी मैं किथे जा। माँ जी कह रही हैं कि मैं जब 6 माह किसी बेटी के घर पे रह के आती हूँ तो जाहिर बात है कि उनके खामन जो हैं उनको भी ये बात नागवार गुजरती है और जब वापस आती हूँ तो वो कहते हैं विजिट वीजा। आप कह रही हैं? हाँ जी, कहते हैं जी आप विजिट का वीजा खत्म करके आ गई हैं तो आप ऐसा करें दोबारा हमारे घर से निकल जाएं। 3 बेटे हैं नाजरीन इनके, खुदा देखें क्या इनसे इम्तिहान ले रहा है कि 3 बेटे हैं और 3 आपके नवासियां भी सारी शादीशुदा हो चुकी हैं जी। ਤੇ ਇਹਨਾਂ ਫਿਰ ਮੈਂ ਜਾ ਕੇ ਕੇਸ ਉੱਥੇ ਕੀਤਾ ਸੰਭੜੇ ਵਾਲੇ ਤੇ ਉੱਥੇ ਮੈਂ ਜਾ ਕੇ ਜੱਜ ਅੱਗੇ ਪੇਸ਼ ਹੋਈਆਂ ਤੇ ਵੱਡਾ ਮੁੰਡਾ ਗਿਆ ਸੀ ਤੇ ਉਹਨਾਂ ਵਕੀਲ ਨੇ ਸੀ ਕੀਤਾ। ਜੱਜ ਸਾਹਿਬ ਆਖਿਆ ਪਰ ਹੋ ਜਾ ਵਕੀਲ ਲਿਆ। ਆਂਦਾ ਮੈਂ ਨਹੀਂ ਕੀਤਾ। ਮੈਂ ਕਿਹਾ ਜੱਜ ਸਾਹਿਬ ਮੇਰੇ ਪੁੱਤਰ ਮੈਨੂੰ ਤਲਾਕ ਪੇ ਦਵਾਉਂਦੇ ਨੇ, ਮੈਨੂੰ ਰੱਖਦੇ ਨਹੀਂ ਤੇ ਉੱਤੇ ਖੁਦਾ ਹੈ ਜੱਜ ਸਾਹਿਬ ਤੁਸੀਂ ਥੱਲੇ ਹੋ, ਮੈਨੂੰ ਹਿੱਸਾ ਚਾਹੀਦਾ ਤੇ ਮੈਨੂੰ ਕੋਈ ਮਕਾਨ ਵੀ ਚਾਹੀਦਾ, ਮੈਨੂੰ ਮੇਰਾ ਹਿੱਸਾ ਦਵਾਓ। ਜੱਜ ਸਾਹਿਬ ਨੇ ਆਖਿਆ ਅੱਛਾ ਹੋਰ ਕੁਛ? ਤੇ ਮੈਂ ਆਖਿਆ ਚਲੋ ਮੇਰੀਆਂ ਧੀਆਂ ਦਾ ਹਿੱਸਾ ਤੇ ਮੇਰਾ ਦਿਓ ਤੇ ਮੈਂ ਹੋਰ ਕੁਛ ਨਹੀਂ, ਇੱਕ ਮਕਾਨ ਚਾਹੀਦਾ। ਇਹਨਾਂ ਉੱਥੇ ਮੇਰੇ ਪੁੱਤਰ ਨੇ ਆਖਿਆ 8 ਦਿਨਾਂ ਦੇ ਵਿੱਚ ਤਰੀਕ ਆਉਂਦਿਆਂ ਨੂੰ ਤੈਨੂੰ 8 ਤਰੀਕ ਸੀ ਤੇ ਇਹਨਾਂ ਆਖਿਆ 8 ਤਰੀਕ ਦੇ ਆਉਂਦਿਆਂ ਨੂੰ ਤੈਨੂੰ ਤਲਾਕ ਦੇ ਛੜਾਂਦੇ। ਇਹਨਾਂ ਪੁੱਤਰਾਂ ਨੇ ਪਿਓ ਨੂੰ ਨਾਲ ਲਾ ਲਿਆ ਗੱਲੀ ਤੇ ਮੈਨੂੰ ਤਲਾਕ ਦਵਾ ਜੀ। ਮੇਰੀ ਉਮਰ ਦੇ ਤਲਾਕਾਂ ਤਲਾਕ ਦੇ ਹੀ ਤੁਹਾਡੇ ਖਾਮਨ ਨੇ ਤਲਾਕ ਦੇ ਛੜੀ ਜੀ ਤੇ ਤਲਾਕ ਦੇ ਛੜੀ। ਹੁਣ ਮੈਂ ਕਿੱਥੇ ਜਾ, ਮੈਂ ਕੀ ਕਰਾਂ? ਪਿਓ ਨੂੰ ਨਾਲ ਲਾ ਲਿਆ ਨੇ। ਜਨਾਨਾ ਜਿਹਾ ਹੈ ਚਾਹ ਪੀ ਲੈ, ਜਿਸ ਕੋ ਦੇ ਛੜੇ ਪੀ ਲੈਂਦਾ ਤੇ ਮੈਂ ਕਿੱਥੇ ਤੇ ਘਰ ਬਾਂ ਤੇ ਲੋਕਾਂ ਨਾਲ ਵੀ ਲੜਦੀਆਂ ਨੇ। ਹੁਣ ਮੈਂ ਤੀਜੇ ਦਿਨ ਦੀ ਛਟੇ ਲੈ ਅਜੇ ਤੇ ਜਿਵੇਂ ਸਦਕਾ ਮੈਂ ਪਿੰਡ ਆਈ ਹਾਂ ਮੈਂ ਧੀ ਕੋਲੋਂ
ਤੇ ਉਹ ਆਪਣਾ ਹੁਣ ਮੈਂ ਕਿਸੇ ਦੇ ਘਰ ਕਿਸੇ ਦੇ ਤੋਂ ਲੜਾਈ ਕੋਲ ਮੈਂ ਬਿਮਾਰ ਆ, ਮੈਂ ਰਸ ਦੋ ਲਏ ਨੇ ਤੇ ਮੈਂ ਵੀ ਨੀ ਵੱਡੇ ਲਈ ਕੋਈ ਸ਼ੈ ਨੀ ਖਾਈ, ਭੁੱਖਮ ਭਾਣੀ ਬਿਮਾਰ ਮੈਂ ਆ ਗਈ ਆਂ ਇੱਥੇ ਤੇ ਮੇਰੇ ਨਾਲ ਬੜੀ ਜ਼ਿਆਦਤੀ ਹੁੰਦੀ ਹੈ। ਮੈਨੂੰ ਡਰਾਵੇ ਪਾਉਂਦਾ ਤੈਨੂੰ ਗੋਲੀ ਮਾਰ ਛੱਡਣੀ ਹੈ, ਤੈਨੂੰ ਗੋਲੀ ਮਾਰ ਛੱਡਣੀ ਹੈ। ਤੇ ਮੈਂ ਕੀ ਕਰਾਂ ਮੈਨੂੰ ਦੱਸੋ। ਹੁਣ ਮੈਂ 10ਵੇਂ ਮਹੀਨੇ ਦੀ 10 ਤਰੀਕ 9ਵੇਂ ਮਹੀਨੇ ਦੀ 10 ਤਰੀਕ ਤੇ ਮੈਂ ਤਰੀਕਾਂ ਭੁਗਤਾਨ ਜੋਗੀ ਦੇ ਵੇਖੋ ਮੈਂ ਨੀ ਮੂਰਾ, ਨਾ ਮੇਰਾ ਕੋਈ ਮਾਂ ਨਾ ਪਿਓ ਕੋਈ ਭੈਣ ਭਰਾ ਮੇਰਾ ਕੋਈ ਦੁਨੀਆ ਤੇ। ਉੱਤੇ ਜੱਜ ਤੇ ਮੈਂ ਅਜਾ ਸਭ ਉੱਤੇ ਤੁਸੀਂ ਤੇ ਉੱਤੇ ਹਦਾ ਤੇ ਥੱਲੇ ਤੁਸੀਂ, ਮੇਰਾ ਦਿਮਾਗ ਵੀ ਨਹੀਂ ਸਹੀ ਰਿਹਾ। ਮੈਨੂੰ ਧੱਕੇ ਮਾਰ ਮਾਰ ਕੱਢਦੀਆਂ ਨੇ, ਨਾ ਕੋਈ ਜੁੱਤੀ ਨਾ ਕੱਪੜਾ ਨਾ ਦਾਰੂ ਨਾ ਦਵਾ, ਮੇਰੀਆਂ ਧੀਆਂ ਦਿੰਦੀਆਂ ਨੇ ਹਰ ਸ਼ੈ। ਤੇ ਇਹਨੇ ਮੈਨੂੰ ਤਲਾਕ ਦੇ ਛੱਡੀ। ਮੈਂ ਛੰਭ ਵਾਲੀ ਕੋਲ ਹੀ ਧੀ ਕੋਲ ਗਈ ਸਜ 5 ਮਹੀਨੇ ਹੋਏ ਮੈਂ आई हाँ। ਉੱਥੇ ਦੱਸੋ ਆ ਗਈ जाते मेरे आपका बेटा क्या कहता है कि आपको नेक्स्ट तारीख आने से पहले पहले गोली मार देंगे? जी आहो मैं गोली मार छड़नी आवी हाँ बरियारी बरियारां तो जीवी ਦੇ ਵਿੱਚ ਮਕਾਨ ਨੇ ਉਹ ਵੇਚ ਕੇ ਵਹੁਟੀ ਡਸ ਕੇ ਛੱਡ ਗਿਆ ਲੋਕਾਂ ਜੋ ਗਸ਼ਤੀ ਜੇ ਅੱਜ ਉਹਨੂੰ ਉੱਥੇ ਛੱਡ ਗਿਆ ਤੇ ਮੈਨੂੰ ਤਲਾਕ ਦੋ ਆ ਗਿਆ ਤੇ ਆਂਦਾ ਸੀ ਗੋਲੀ ਮਾਰਨੀ ਹੈ। ਗਸ਼ਤ ਗਏ ਰਾਮ ਜੀ ਕੁੱਤ ਗਏ ਡੱਲ ਗਏ ਬਦਮਾਸ਼ੇ ਭੈਣਾਂ ਨੂੰ ਵੀ ਆਂਦਾ ਮੁਮਾਰਹ ਜੇ ਉੱਥੇ ਗਈ ਹੈ ਤਲਾਕ ਛੰਭ ਵਾਲੀ ਕੋਲ ਲਈ। ਉੱਥੋਂ ਜਾ ਕੇ ਜਿਹੜੇ ਜਾਂਦੇ ਨੇ ਡਾਕੀਏ ਉਹ ਦੇ ਕੇ ਆਏ ਨੇ ਧੀ ਮੇਰੀ ਬਿਮਾਰ ਸੀ ਤੇ ਉੱਥੇ ਕੱਲਾ ਸਾਹ ਕੀਏ ਤੇ ਉੱਥੋਂ ਆਇਆ ਡਾਕੀਆ ਤਲਾਕ ਦੇ ਗਿਆ ਤੇ ਉਹ ਪੜੀ ਗਏ ਤੇ ਆਪਣਾ ਉੱਤੇ ਮੇਰੇ ਵੱਡੇ ਪੁੱਤਰ ਦਵਾਈ ਸਾਰਿਆਂ ਪੁੱਤਰਾਂ ਦਵਾਈ ਹੈ ਪਰ ਵੱਡੇ ਪੁੱਤਰ ਦੇ ਮੋਬਾਈਲ ਤੇ ਗਏ ਨੇ ਟਰੈਕ ਆ ਗਿਆ ਤੇ ਨਾਲੇ ਲੜਾਈਆਂ ਤੇ ਘੋਲ ਤੇ ਫਿਰ ਬਾਅਦ ਵਿੱਚ ਉੱਥੇ ਘੱਲਿਆ ਮੈਂ ਕਿਹਾ अच्छा, बहनों को भी आग करवा दिया उसने? ਜੀ ਭੈਣਾਂ ਦਾ ਵੀ ਬੇਦਖਲ ਕਰਾ ਛੱਡ। ਮੈਨੂੰ ਵੀ ਤਲਾਕ ਹੋ ਗਈ ਜੇ ਤੇ ਮੈਂ ਧੀ ਦੇ ਬੂਹੇ ਤੇ ਦੱਸੋ ਮੇਰਾ ਤੌਲਾ ਝਾਟਾ ਬੁੱਢੀ ਤੇ ਕੁੜਮਾਂ ਦੇ ਪਿੰਡ ਲੋਕ ਤਲੀਆਂ ਪੇ ਮਲਦੇ ਨੇ ਤੋਵਾ ਕਰਦੇ ਨੇ ਹਾਲਦਾ ਦੀ ਮਾਂ ਦੀ ਤਲਾਕ। नाज़रीन, मैं बताता चलूं कि ये माँ जी हैं कंग बरियाम, ये गांव यहाँ पर नज़दीक वाक़या है भोपालवाला के। यहाँ की ये रिहायशी हैं। जब इनके साथ मुजालम के पहाड़ डाए गए औलाद की तरफ से, तो फिर इन्होंने अदालत का दरवाज़ा खटखटाया है और अदालत का दरवाज़ा खटखटाते ही इनके जो बच्चे हैं उन्होंने कहा है कि जब उनको तारीख पर हाज़िर होना पड़ा है और उनको पता चल गया है कि ये अब हुकूमत इसके अंदर इन्वॉल्व हो गई है, जुडिशरी इसके अंदर इन्वॉल्व हो गई है, तो फिर उन लोगों ने माँ को धमकी दी है बाकायदा और कहा है कि अगर आइंदा तुम तारीख पर गई तो हम तुम्हें गोली मार देंगे। इस तरह के मामले चल रहे हैं और गांव में भी शायद कहा गया है कि गांव में भी कहा गया है। ਉਹਨਾਂ ਆਖਿਆ ਬਰਿਆਰੀ ਆਵੇਂ ਦੀ ਨਾ ਧੀ ਕੋਲ ਤੇ ਤੇਰੇ ਚ ਗੋਲੀ ਲਗਾਣੀ ਹੈ, ਤੈਨੂੰ ਮਾਰ ਛੱਡਣਾ ਤੈਨੂੰ ਛੱਡਣਾ ਨਹੀਂ। ਤੇ ਹੁਣ ਮੈਂ ਤੀਜੇ ਦਿਨ ਦੀ ਆਈ ਆ ਬਰਿਆਰੀ ਕਿਤਨੂੰ ਭੋਰਾ ਖਾ ਚੱਪਾ ਖਾ ਭੁੱਖੋਂ ਭਾਣੀਆਂ ਤੀਜੇ ਦਿਨ ਦੀ 2 ਰਾਤ ਲਏ ਨੇ ਮੇਰੇ ਪੁੱਤਰਾ ਤੇ ਮੈਂ ਹੁਣ ਅਜੇ ਨਹੀਂ ਖਾਦੇ। ਮੈਂ ਬਿਮਾਰ ਬੜੀ ਹੋ ਗਈ ਹਾਂ ਰਾਤ ਦੀ ਟੈਨਸ਼ਨ ਦੇ ਨਾਲ। ਵੇਖੋ ਮੇਰੀ ਉਮਰ ਤਲਾਕਾਂ ਦੀ ਮੈਂ ਕੀ ਕਰਾਂ, ਮੈਂ ਕਿੱਥੇ ਜਾ। ਮੈਨੂੰ ਮਕਾਨ ਚਾਹੀਦਾ ਤੇ ਨਾਲੇ ਮੈਨੂੰ ਜੀਵੀ ਚ ਧੀਆਂ ਨੂੰ ਤੇ ਮੈਨੂੰ ਚਾਹੀਦਾ ਤੇ ਆਪਣੀ ਵੇਚਣ ਰੱਖਣ। माँ जी को जब बहुत ज़्यादा तंग किया गया है तो माँ जी ने फिर जो दरवाज़ा अदालतों का है वो खटखटाया है और दरख्वास्त साथ में हुकूमत को भी की है कि खुदा के लिए मेरी जान बख्शी करवाई जाए और मेरी जानो माल का तहफ़्फ़ुज़ किया जाए। मेरे बेटे हैं, नवासे नवासियों की शादी हो चुकी है, लेकिन उसके बावजूद मुझे कोई रखने को तैयार नहीं। आज 4 से 5 दिन मैं कभी किसी के डेरे पर सोती हूँ और कभी किसी के डेरे पर सोती हूँ और उसके बावजूद मैं जब अदालतों के पास गई हूँ तो अदालतों के पास जाना का मेरा सिर्फ एक मकसद है कि खुदारा मुझे मेरा हक दिलाया जाए ताकि इस उम्र में मैं अपना सर डाम सकूं और अपनी बच्चियों को भी हिस्सा दे सकूं जो कि शायद इसकी मुस्तहिक हैं और उनको मिलना चाहिए। माँ जी और दस्यो तुसी इस बारे च की आखो दे? ਹੋਰ ਫਿਰ ਇੰਜੇ ਨਾ ਮੈਨੂੰ ਨਹੀਂ ਰੱਖਦੇ ਤੇ ਮੈਨੂੰ ਇਹ ਚਾਹੀਦਾ ਕਮਰਾ ਚਾਹੀਦੇ ਨੇ, ਚਾਹੀਦਾ ਹਿੱਸਾ ਚਾਹੀਦਾ ਧੀਆਂ ਦਾ ਵੀ। ਤੇ ਮੈਂ ਕਿੰਨਾ ਕੁ ਚਿਰ ਮੇਰੇ ਪੁੱਤਰਾ ਮੈਂ ਧੀਆਂ ਕੋਲ ਜਾਵਾਂ। ਫਿਰ ਵੀ ਕੁੜਮਾਂ ਦੇ ਪਿੰਡ ਸ਼ਰਮ ਆਉਂਦੀ ਹੈ। ਲੋਕ ਪਏ ਆਂਦੇ ਨੇ ਉਹ ਬੁੱਢੀ ਮਾਈ ਨੂੰ ਤਲਾਕ ਲੱਭੀ, ਉਹਦੀ ਹਾਲਦਾ ਦੀ ਮਾਂ ਨੂੰ ਤਲਾਕ ਲੱਭ ਗਏ। ਉਹ ਏਡੇ ਬਗੈਰ ਤੇ ਪੁੱਤਰ ਨੇ ਲੋਕ ਤਲੀਆਂ ਪੇ ਮਲਦੇ ਨੇ। ਫਿਰ ਮੈਂ ਕਦੀ ਇੱਥੇ ਆਦਮ ਕੀ ਮੇਰੀ ਅਰਸੀ ਧੀ ਉਹਦੇ ਕੋਲ ਆਉਂਦੀ ਆ। ਕਿੰਨਾ ਕੁ ਚਿਰ ਮੈਂ ਖੱਜਲ ਖਰਾਬ ਹੋਵਾਂ। ਅੱਖਾਂ ਤੋਂ ਮੈਂ अन्नी है कख चु देखदा नहीं कि तू मैनू दसदा साल। नाज़रीन, हमने अपनी हिस्ट्री में ऐसे जालिम बेटे नहीं देखे। माँ जी मेरा पता पूछती हुई आई हैं और फिर मैं इनको भोपाल वाला अड्डा से लेके आया हूँ। ये बेचारी माँ जी मुझे काफ़ी दिनों से तलाश कर रही थी और उनके सामने इन्होंने बताया है हुकूमत और अवाम को मुश्तरका तौर पर इन्होंने मुतवज्जो करने की कोशिश की है कि खुदा के लिए मैं इस उम्र में हूँ और मेरी तलाक हो चुकी है और मेरी बेटियों को भी आग कर दिया गया है। शायद इसी वजह से जो बेटियों के घर वाले हैं वो भी नामुनासिब समझते हैं माँ जी को रखना। तो माँ जी के लिए रहने की प्रॉब्लम बन चुकी है। आज 4 से 5 दिन हो गए। माँ जी कितने दिन हो गए बाहर रहते हो?
4-5 ਦਿਨ ਹੋ ਗਏ ਮੈਂ ਧੀਆਂ ਕੋਲੋਂ ਆਈ ਸਾਂ, ਮੈਂ ਸਟੇ ਕਰਾਇਆ ਹਜੇ ਤੇ ਜੀਵੀਂ ਵਾਹ ਲਈ ਨੇ ਤੇ ਹੁਣ ਮੈਂ ਆਈ ਹਾਂ। ਮੈਂ ਆਖਿਆ ਮੈਂ ਤੇ ਵਾਹ ਕੇ ਮੁੰਜੀ ਲਾ ਲੈਣ। ਮੈਂ ਕਿਹਾ ਹੁਣ ਜੇ ਸਿਲਾਈ ਨਾ ਇੱਥੇ ਪੁਲਿਸ ਦੇ ਬੜੇ ਜੇ ਬੰਦੇ ਮੈਂ ਜੀ ਸੱਦ ਲਾਂਦੀ ਤੇ ਮੈਂ ਜੀਵੀਂ ਨਹੀਂ ਵਾਹਣ ਦੇਣੀ। ਮੇਰਾ ਹਿੱਸਾ ਤੇ ਧੀਆਂ ਦਾ ਦਿਓ ਤੇ ਆਪਣੀ ਵਾਹੋ ਵੇਚੋ ਰੱਖੋ, ਮੈਂ ਤੁਹਾਨੂੰ ਨਹੀਂ ਡੱਕ ਸਕਦੀ। ਪੈਲੀ ਦੇ ਵਿੱਚ ਮਕਾਨ ਨੇ, ਉਹ ਦੂਜੇ ਵੀ ਦੋਵੇਂ ਪੁੱਤਰ ਵੇਚਦੇ ਨੇ। ਕਿ ਜਿਹੜੇ ਛਪਾ ਕਿੱਲਾ ਦੇ ਕੇ ਮੈਂ ਘੱਲਿਆ ਬਾਹਰ, ਇਹ ਵੇਚ ਕੇ ਦੱਸ ਕੇ ਟੁੱਟ ਗਿਆ, ਵਹੁਟੀ ਛੱਡ ਗਿਆ ਤੇ ਆਪੀ ਉਹ ਆਪਣਾ ਹਿੱਸਾ ਜਿਹੜਾ ਤੁਹਾਨੂੰ ਪੇਕਿਆਂ ਨੂੰ ਆਇਆ ਸੀ, ਕਿੱਲਾ ਜਿਵੇਂ ਦਾ ਮੈਨੂੰ ਆਇਆ ਮੈਂ ਲਿਆ ਸਾਜੇ ਤੇ ਉਹ ਮੈਂ ਵੇਚ ਕੇ ਤੇ ਇਸ ਪੁੱਤਰ ਨੂੰ ਬਾਹਰ ਘੱਲਿਆ ਸ਼ਫਾਕ ਬੀਬੇ ਨੂੰ ਕੁਵੈਤ। ਉਹ ਵੀ ਆਂਦਾ ਮੈਂ ਹੁਣ ਤੈਨੂੰ ਗੋਲੀ ਲਗਾਣੀ ਹੈ, ਮੈਂ ਨਹੀਂ ਰੱਖਣਾ, ਉੱਥੇ ਜਾ ਉੱਥੇ ਜਾ। ਮੇਰੇ ਪੁੱਤਰਾ ਲੋਕ ਆਪਣੀਆਂ ਕਮਾਈਆਂ ਤੇ ਵੀ ਉਮਰੇ ਕਰਾਉਂਦੇ ਨੇ। ਜੇ ਮੈਨੂੰ ਉਮਰਾ ਕਰਾ ਛੜਿਆ ਨੇ ਤੇ ਕਿਹੜਾ ਕੋਈ 7 ਬਗਾਨਾ ਵੀ ਕਰਾ ਛੱਡਦਾ ਅੱਲਾ ਦਿੱਤਾ ਹੋਵੇ ਜਿਨ੍ਹਾਂ ਨੂੰ। ਤੇ ਮੇਰੇ ਆਦਮੀ ਦੀ ਮਾਂ ਦਾ ਹਿੱਸਾ ਹਜੇ ਤੇ ਉਹਨੇ ਮਾਂ ਦੀਆਂ ਹੱਡੀਆਂ ਵੇਚ ਕੇ ਮੇਰੇ ਆਦਮੀ ਨੇ 3 ਪੁੱਤਰਾਂ ਨੂੰ ਪੈਸੇ ਦੇ ਛੱਡੇ ਨੇ। ਮੈਨੂੰ 1 ਰੁਪਈਆ ਨਹੀਂ ਦਿੱਤਾ, 3 ਸਾਲ ਹੋ ਗਏ ਨੇ। ਫਿਰ ਮੈਂ ਕੰਡਾ ਨੇ ਉਹਨੇ ਦਿੱਤਾ, ਮੈਂ ਨਹੀਂ ਆਖਿਆ ਕਿਉਂ ਵੇਚੀ ਜੇ ਜਨ ਕਿਉਂ ਨਹੀਂ। ਹੁਣ ਫਿਰ ਵੇਚਣ ਸ਼ੁਰੂ ਹੋ ਗਏ ਨੇ, ਮੇਰਾ ਹਿੱਸਾ ਕੱਢ ਕੇ ਤੇ ਫਿਰ ਵੇਚਣ। ਉਹਨੇ ਮਾਂ ਦਾ ਹਿੱਸਾ ਮੇਰੇ ਬੰਦੇ ਨੇ ਮੋਈ ਮਾਂ ਦੀਆਂ ਹੱਡੀਆਂ ਵੇਚ ਕੇ ਪੈਸੇ ਲੈ ਕੇ ਪੁੱਤਰਾਂ ਨੂੰ ਦੇ ਛੱਡੇ ਨੇ। ਮੈਨੂੰ ਉਹਨੇ 1 ਰੁਪਈਆ नहीं ਦਿੱਤਾ। माँ जी जिद हैं कि कहती हैं कि मैं किसी सूरत भी अपना हिस्सा भी नहीं छोड़ने वाली, अपनी जो बच्चियां हैं उनका हिस्सा भी उनको हर सूरत लेके देना है। लेकिन अब मसला ये है कि इनको अपनी जान के भी लाले पड़ चुके हैं माँ जी को, जो कहती हैं कि मुझे किसी वक्त भी मेरा बेटा जो है वो फायर मार सकता है। तो खुदा के लिए मेरा तहफ़्फ़ुज़ किया जाए, अवाम से और हुकूमत से और अदारों से मुश्तरका तौर पर अपील की जा रही है। जी।